बिस्मिल्लाहिर्रहमानिर्रहीम। उसका दिल चाहे तो वो कतरों कतरों से समंदर कर दे, वो तो खालिक के कायनात की मर्जी है कि चाहे यतीमों को पैगंबर कर दे। देखो जी, गल आ गई हुण तिलियां ते, ताकि ਅਸੀਂ ਤੁਹਾਨੂੰ ਉਹ ਤਿਲੇ ਬਣਾ ਕੇ ਦਿਖਾਵਾਂਗੇ। ਔਰ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਬੜੇ ਬੜੇ ਤਿਲੇ ਇਸਤੇਮਾਲ ਕੀਤੇ, ਅੱਜ ਕੱਲ ਹਰ ਬੰਦਾ ਕਹਿ ਰਿਹਾ ਜੀ ਲੰਮਾ ਤੇ ਮੋਟਾ ਕਿਸ ਤਰ੍ਹਾਂ ਹੁੰਦਾ ਹੈ। ਦੇਖੋ ਜੀ, ਤਿਲੇ ਬਣਾਉਣ ਦੇ ਵਿੱਚ ਅਲਹਮਦੁਲਿਲਾ ਪੂਰੀ ਦੁਨੀਆ ਦੇ ਉੱਤੇ ਲੋਕਾਂ ਨੇ ਮੰਨਿਆ ਕਿ ਹਕੀਮ ਯਾਸੀਨ ਜ਼ਿੰਦਾਬਾਦ, ਔਰ ਹਕੀਮ ਯਾਸੀਨ ਦੇ ਤਿਲੇ ਵੀ ਜ਼ਿੰਦਾਬਾਦ। ਤੋ ਜੀ ਅੱਜ ਤੁਹਾਨੂੰ ਪਹਿਲੇ ਤਾਰਫ ਕਰਾਵਾਂਗੇ ਪੱਟੀ ਦਾ, ਕਿ ਜਿਨ੍ਹਾਂ ਲੋਕਾਂ ਦਾ ਨਫਸ ਦਾ ਜਿਹੜਾ ਮਾਸ ਹੈ ਨਾ ਇਕੱਠਾ ਹੋ ਜਾਂਦਾ ਹੈ, ਤੇ ਨਫਸ ਜਿਹੜਾ ਹੈ ਨਾ ਬਿਲਕੁਲ ਲਾਗਤਬੰਦ ਹੋ ਜਾਂਦਾ ਹੈ, ਪਤਲਾਪਨ ਹੋ ਜਾਂਦਾ ਹੈ ਤੇ ਛੋਟਾ ਹੋ ਜਾਂਦਾ ਹੈ। ਜਿਸ ਤਰ੍ਹਾਂ ਸ਼ਿਕਾਰੀ ਕੁੱਤੇ ਦਾ ਲੱਕ ਨਹੀਂ ਮਾਰਿਆ ਹੁੰਦਾ, ਇਸ ਤਰੀਕੇ ਦੇ ਨਾਲ ਲੱਕ ਉਹਦਾ ਪਤਲਾ, ਅੱਗੋਂ ਮੋਟਾ, ਪਿੱਛੋਂ ਫਿਰ ਪਤਲਾ, ਜੜ ਉਹਦੀ ਬਿਲਕੁਲ ਕਮਜ਼ੋਰ ਹੋ ਜਾਂਦੀ। ਉਹਨਾਂ ਲੋਕਾਂ ਵਾਸਤੇ ਇੱਕ ਮੈਂ ਪੱਟੀ ਬਣਾਈ ਹੈ। ਉਸ ਪੱਟੀ ਦਾ ਫਾਇਦਾ ਕੀ ਹੈ ਔਰ ਪੱਟੀ ਇਸਤੇਮਾਲ ਕਿਸ ਤਰੀਕੇ ਨਾਲ ਲਗਾਣੀ ਹੈ ਔਰ ਕਿਸ ਤਰ੍ਹਾਂ ਇਸਤੇਮਾਲ ਕਰਨਾ, ਇਹ ਇੱਧਰ ਦੇਖਣਾ ਜੀ। ਸਭ ਤੋਂ ਪਹਿਲੇ ਤਾਂ ਇਹ ਦੇਖੋ ਜੀ, ਇਹ ਪੱਟੀ ਦਾ ਅਸੀਂ ਸਮਾਨ ਬਣਾਇਆ। ਇਹਦੇ ਅੰਦਰ ਅਸੀਂ ਬੋੜ ਦਾ ਦੁੱਧ ਪਾਇਆ, ਇਹਦੇ ਅੰਦਰ ਅਸੀਂ ਮਗਰਮੱਛ ਦੀ ਚਰਬੀ ਕੱਢ ਕੇ ਨਾ ਉਹਦਾ ਅਸੀਂ ਜੋਹਰ ਕੱਢ ਕੇ ਉਹਦੇ ਅੰਦਰ ਅਸੀਂ ਪਾਇਆ। ਕਾਫੀ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਕਾਲੇ ਬਿੱਛੂ ਦੀ ਚਰਬੀ ਅਸੀਂ ਇਹ ਦੇਖੋ ਜੀ, ਕਾਲੇ ਬਿੱਛੂ ਦੀ ਚਰਬੀ ਵੀ ਤੁਹਾਨੂੰ ਦਿਖਾਈਏ। ਕਾਲੇ ਬਿੱਛੂ ਦੇ ਨਾ ਲੋਕਾਂ ਨੇ ਨਾਮ ਸਿਰਫ ਖਾਲੀ ਸੁਣਿਆ। ਇਹ ਅਗਰ ਕੋਈ ਕਵੇ ਕਿ ਹਕੀਮ ਯਾਸੀਨ ਤੋਂ ਵੱਧ ਤਿਲਾ, ਤੇ ਗੱਲ ਬਿਲਕੁਲ ਝੂਠੀ ਹੈ। ਇਹ ਦੇਖੋ, ਇਹਦਾ ਨਾਂ ਜੇ ਕਾਲੇ ਬਿੱਛੂ ਦੀ ਚਰਬੀ। ਕਾਲੇ ਬਿੱਛੂ ਦਾ ਅਸੀਂ ਜਿਹੜੀ ਪੱਟੀ ਬਣਾਉਂਦੇ ਆ ਨਾ, ਇਹ ਇੱਧਰ ਦੇਖੋ, ਇਹ ਕਾਲਾ ਬਿੱਛੂ ਹੈ। ਇਹ ਦੇਖੋ ਜੀ, ਨਜ਼ਰ ਆ ਰਿਹਾ, ਇਹ ਕਾਲੇ ਬਿੱਛੂ ਨੇ ਸਾਡੇ ਕੋਲੇ। ਇਹ ਦੇਖੋ, ਇਹ ਇਸ ਤਰੀਕੇ ਦੇ ਨਾਲ ਇਹਨੂੰ ਪੱਟੀ ਨੂੰ ਲਾਣਾ। ਸਭ ਤੋਂ ਪਹਿਲੇ ਇਹ ਜੋਕਾਂ ਜਿਹੜੀਆਂ ਨੇ ਵੀ ਅਸੀਂ ਇਹਦੇ ਅੰਦਰ ਪੱਟੀ ਦੇ ਅੰਦਰ ਇਸਤੇਮਾਲ ਕਰਨੇ। ਪਹਿਲੇ ਦੌਰ ਦੇ ਨਾ, ਪਹਿਲੇ ਵਕਤ ਦੇ ਅੰਦਰ ਲੋਕ ਕੀ ਕਰਦੇ ਸੀ, ਜਿਨ੍ਹਾਂ ਦੀ ਨਫਸ ਰੁਕ ਜਾਂਦੀ ਸੀ ਨਾ, ਨਫਸ ਛੋਟਾ ਰਹਿ ਜਾਂਦਾ ਸੀ, ਉਹ ਜੋਕਾਂ ਲਾਉਂਦੇ ਸਨ। ਜੋਕਾਂ ਭਲਾ ਕਿਸ ਤਰੀਕੇ ਦੇ ਨਾਲ ਲਾਉਂਦੇ ਸੀ, ਜਰਾ ਵੇਖਣਾ। ਇਹ ਜਿਸ ਤਰ੍ਹਾਂ ਜੋਕ ਨਹੀਂ ਲੰਮੀ ਹੋ ਜਾਂਦੀ, ਲੰਮਾ ਮੋਟਾ ਨਾ, ਲੋਕਾਂ ਨੇ ਗੱਲਾਂ ਸੁਣੀਆਂ ਨੇ ਤੇ ਸਿਰਫ ਨਾਮ ਸੁਣਿਆ, ਗੱਲਾਂ ਨਾਲ ਨਹੀਂ ਕਰਕੇ ਦਿਖਾਣਾ ਪੈਂਦਾ। ਇਹ ਇੱਧਰ ਦੇਖੋ, ਜਿਹੜੀ ਜੋਕ ਹੈ ਨਾ, ਪਹਿਲੇ ਲੋਕ ਇਹ ਲਾਉਂਦੇ ਸਨ। ਕਿਸੇ ਜਗ੍ਹਾ ਤੇ ਜ਼ਖਮ ਹੋ ਜਾਣਾ, ਰੇਸ਼ਾ ਪੈ ਜਾਣਾ, ਅਗਰ ਉਹਨੇ ਬਚਣਾ ਨਾ ਤੇ ਉਸ ਜਗ੍ਹਾ ਦੇ ਉੱਤੇ ਜੋਕ ਲਾਉਂਦੇ ਸੀ। ਇਹ ਦੇਖੋ, ਇਹ ਜੋਕ ਲਾਉਂਦੇ ਸੀ ਤੇ ਉਹਦਾ ਜ਼ਖਮ ਠੀਕ ਹੋ ਜਾਂਦਾ ਸੀ। ਫਿਰ ਲੋਕ ਕੀ ਕਰਦੇ ਸੀ, ਜਿਨ੍ਹਾਂ ਦਾ ਨਫਸ ਛੋਟਾ ਰਹਿ ਜਾਂਦਾ ਸੀ, ਜੋਕ ਨੂੰ ਲਾ ਦਿੰਦੇ ਸੀ। ਇਹਦੀਆਂ ਵੇਨਾਂ ਹੁੰਦੀਆਂ ਨੇ 313 ਰਗਾਂ ਨੇ ਦੇ ਅੰਦਰ, 313 ਪੱਠੇ ਨੇ ਦੇ ਅੰਦਰ। ਇਹਨੂੰ ਵੇਨ ਦੇ ਉੱਤੇ ਜਦੋਂ ਇਹ ਇਸ ਤਰੀਕੇ ਦੇ ਨਾਲ ਇਹਨੂੰ ਲਾਉਂਦੇ ਸੀ ਨਾ, ਇਹ ਖੂਨ ਨੂੰ ਪੀਂਦੀ ਸੀ। ਜਦੋਂ ਇਸ ਤਰੀਕੇ ਦੇ ਨਾਲ ਖੂਨ ਨੂੰ ਖਿੱਚਦੀ ਸੀ, ਜਿੰਨੀਆਂ ਨਾੜਾਂ ਬੰਦ ਹੁੰਦੀਆਂ ਸਨ, ਰਗਾਂ ਬੰਦ ਹੁੰਦੀਆਂ ਸਨ, ਪੱਠੇ ਬੰਦ ਹੁੰਦੇ ਸਨ ਨਾ, ਖੁੱਲ ਜਾਂਦੇ ਸਨ ਜੋਕ ਲਾਉਣ ਦੇ ਨਾਲ। ਮਗਰ ਅੱਜ ਕੱਲ੍ਹ ਲੋਕ ਜੋਕ ਨਹੀਂ ਲਵਾਉਂਦੇ। ਉਹ ਕਹਿੰਦੇ ਨੇ ਉਹ ਨਾ ਹੋਵੇ ਕਿ ਜੋਕ ਲਵਾਈਏ ਤੇ ਜੋਕ ਸਾਰਾ ਸਾਡਾ ਸਮਾਨ ਹੀ ਖਾ ਜਾਵੇ, ਕਿ ਉਹ ਨਾ ਹੋਵੇ ਕਿ ਜਿਹੜਾ ਛੋਟਾ ਜਿਹਾ ਰਹਿ ਗਿਆ ਉਹਦੇ ਤੋਂ ਵੀ ਅਸੀਂ ਜਾਈਏ। ਦੇਖੋ, ਸ਼ਰਅ 'ਚ ਸ਼ਰਮ ਕੋਈ ਨਹੀਂ ਤੇ ਮਸਲੇ 'ਚ ਹਯਾ ਕੋਈ ਨਹੀਂ। ਇਹ ਜੋਕਾਂ ਜਿਹੜੀਆਂ ਨੇ ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਅਸੀਂ ਪੱਟੀ ਤਿਆਰ ਕੀਤੀ ਹੈ। ਕਿਉਂ? ਉਹ ਲੋਕ ਨਹੀਂ ਰਹਿ ਗਏ ਜਿਹੜੇ ਬਰਦਾਸ਼ਤ ਕਰ ਲੈਂਦੇ ਸਨ, ਜਿਨ੍ਹਾਂ ਦੇ ਅੰਦਰ ਪਾਵਰ ਸੀ, ਜਿਨ੍ਹਾਂ ਦੇ ਅੰਦਰ ਤਾਕਤ ਸੀ, ਉਹ ਲੋਕ ਨਹੀਂ ਰਹਿ ਗਏ। ਹੁਣ ਉਹਨਾਂ ਲੋਕਾਂ ਵਾਸਤੇ ਕੀ ਕੀਤਾ ਸੀ, ਇੱਕ ਪੱਟੀ ਤਿਆਰ ਕੀਤੀ। ਕਾਲੇ ਬਿੱਛੂ ਦੀ ਚਰਬੀ ਕੱਢ ਕੇ ਇਹਦੇ ਅੰਦਰ ਅਸੀਂ ਪਾਈਏ, ਮਗਰਮੱਛ ਦੀ, ਰਿੱਛ ਦੀ, ਸ਼ੇਰ ਦੀ ਚਰਬੀ ਪਾ ਕੇ, ਮੁਖਤਲਿਫ ਜਾਨਵਰਾਂ ਦੀਆਂ ਚਰਬੀਆਂ ਪਾ ਕੇ ਨਾ ਅਸੀਂ ਇਹਨੂੰ ਤੇਲ ਨੂੰ ਤਿਆਰ ਕੀਤਾ। ਇਹ ਇੱਧਰ ਦੇਖੋ, ਇਹਨੂੰ ਅਗਰ ਗਰਮ ਕਰੋਗੇ ਤੇ ਤੇਲ ਬਣ ਜਾਏਗਾ, ਅਗਰ ਇਹਨੂੰ ਗਰਮ ਨਹੀਂ ਕਰਾਂਗੇ ਤਾਂ ਇਸੇ ਤਰੀਕੇ ਨਾਲ ਰਹੇਗਾ। ਇਹ ਪੱਟੀ ਵਾਸਤੇ ਅਸੀਂ ਇਸਤੇਮਾਲ ਕਰਨੀ ਹੈ। ਇੱਧਰ ਦੇਖੋ, ਇਹ ਇਸ ਤਰੀਕੇ ਦੇ ਨਾਲ ਇਹਨੂੰ ਲੈਣਾ ਹੈ। ਇਹਨੂੰ ਬਿਲਕੁਲ ਥੋੜਾ ਜਿਹਾ ਜੀ ਮਲਮ ਲਾਣੀ ਹੈ ਇਸ ਤਰੀਕੇ ਦੇ ਨਾਲ। ਇਹ ਦੇਖੋ, ਮਗਰ ਇੱਕ ਗੱਲ ਦੱਸਾਂ, ਇਹ ਮਲਮ ਲਾਉਣ ਵਾਸਤੇ ਤੁਹਾਨੂੰ ਸ਼ੂਗਰ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ। ਸ਼ੂਗਰ ਵਾਲਾ ਬੰਦਾ ਬਿਲਕੁਲ ਇਹ ਮਲਮ ਨੂੰ ਇਸਤੇਮਾਲ ਨਹੀਂ ਕਰੇਗਾ। ਕਿਉਂ? ਕਿ ਇਹਨੇ ਜ਼ਖਮ ਕਰਨਾ ਹੈ। ਜਦੋਂ ਇਹ ਜ਼ਖਮ ਕਰੇਗੀ ਨਾ, ਤੇ ਸ਼ੂਗਰ ਵਾਲੇ ਬੰਦੇ ਵਾਸਤੇ ਨੁਕਸਾਨ ਹੈ। ਜਿਹੜਾ ਬੰਦਾ ਵੀ ਕੋਈ ਤੇਲ ਮੰਗਾਵੇ, ਤਿਲਾ ਮੰਗਵਾਵੇ ਸਾਡੇ ਕੋਲੋਂ, ਉਹ ਸਾਨੂੰ ਦੱਸੇ ਜ਼ਰੂਰ ਕਿ ਸ਼ੂਗਰ ਹੈਗੀ ਹੈ ਜਾਂ ਨਹੀਂ ਹੈਗੀ। ਕਿਸੇ ਟਾਈਮ ਅਸੀਂ ਪਹਿਲੇ ਗੱਲ ਹੈ ਕਿ ਪੁੱਛ ਲੈਂਦੇ ਹਾਂ, ਅਗਰ ਕਿਸੇ ਟਾਈਮ ਭੁੱਲ ਜਾਵੋ ਤਾਂ ਲਾਜ਼ਮਨ ਦੱਸਣਾ। ਸ਼ੂਗਰ ਵਾਲਾ ਬੰਦਾ ਇਸ ਨੂੰ ਇਸਤੇਮਾਲ ਨਹੀਂ ਕਰੇਗਾ। ਔਰ ਸ਼ੂਗਰ ਤੋਂ ਬਗੈਰ ਜਿਹੜਾ ਬੰਦਾ ਜਿਵੇਂ ਬਿਲਕੁਲ ਨਫਸ ਰੁਕ ਗਿਆ, ਕਹਿੰਦਾ ਕਿ ਮੇਰੀ ਉਮਰ 40 ਸਾਲ 50 ਸਾਲ ਉਮਰ ਹੋ ਚੁੱਕੀ ਹੈ, 35 ਸਾਲ ਉਮਰ ਹੋ ਚੁੱਕੀ ਹੈ, ਨਫਸ ਬਿਲਕੁਲ ਰੁਕ ਗਿਆ, ਨਫਸ ਵਧਣ ਦਾ ਨਾਮ ਨਹੀਂ ਲੈਂਦਾ, ਇਹ ਤਿਲਾ ਜਿਹੜਾ ਜ਼ਖਮ ਕਰੇਗਾ, 2 ਤੋਂ 3 ਦਿਨ ਜ਼ਖਮ ਕਰੇਗਾ। ਜਿਵੇਂ ਸੱਪ ਹੁੰਦਾ ਨਾ, ਸੱਪ ਹੈ, ਮੇਰੇ ਕੋਲ ਸੱਪ ਵੀ ਪਏ ਨੇ, ਤੁਹਾਨੂੰ ਇਹ ਵੀ ਤੁਹਾਨੂੰ ਦਿਖਾਉਂਦੇ ਆ ਜੀ। ਮੇਰੇ ਕੋਲ ਹਰ ਨਸਲ ਦਾ ਸੱਪ, ਕਿਉਂਕਿ ਅਕਸਰ ਲੋਕ ਮੇਰੇ ਕੋਲ ਆਉਂਦੇ ਨੇ ਨਾ, ਆ ਕੇ ਕਹਿੰਦੇ ਨੇ ਹਕੀਮ ਯਾਸੀਨ ਸਾਹਿਬ
ਤਿਲਿਆਂ ਦੇ ਵਿੱਚ ਤੇ ਤੁਹਾਡਾ ਨਾਮ ਸੁਣਿਆ ਹੈ। ਤੇ ਇਹ ਜਿਹੜਾ ਇਹਦੇ ਉੱਤੇ ਤੁਸੀਂ ਨਫਸ ਦੇ ਉੱਤੋਂ ਖਲ ਨੂੰ ਲਾਂਦੇ ਹੋ, ਇਹਦੀ ਕੀ ਵਜ੍ਹਾ? ਦੇਖੋ ਜਦੋਂ ਇਹਦੇ ਉੱਤੋਂ ਖਲ ਲੈ ਜਾਏਗੀ ਨਾ ਉਤਲੀ, ਥੱਲੇ ਦੀਆਂ ਨਾੜਾਂ ਦੇ ਪੱਠੇ ਜਿਹੜੇ ਨਿਕਲ ਆਣਗੇ, ਲਾਲ ਰੰਗ ਦਾ ਗੋਸ਼ਤ ਨਿਕਲ ਆਏਗਾ। ਪਰੇਸ਼ਾਨ ਨਹੀਂ ਹੋਣਾ, ਕੋਈ ਖਤਰਾ ਨਹੀਂ, ਉਹਦਾ ਕੋਈ ਡਰ ਨਹੀਂ। ਉਹਦੇ ਉੱਤੇ ਤੁਸੀਂ ਕੀ ਕਰਨਾ ਹੈ, ਇਹ ਇੱਧਰ ਦੇਖੋ, ਜਦੋਂ ਗੋਸ਼ਤ ਨਿਕਲ ਆਵੇ ਇਹਨੂੰ ਗਰਮ ਕਰ ਲੈਣਾ। ਗਰਮ ਕਰਨ ਤੋਂ ਬਾਅਦ ਘਿਓ ਗਰਮ ਕਰ ਲੈਣਾ। ਜੇ ਘਿਓ ਨਾ ਲੱਭੇ ਤੇ ਇਹਨੂੰ ਹੀ ਗਰਮ ਕਰ ਲੈਣਾ। ਗਰਮ ਕਰਕੇ ਬਿਲਕੁਲ ਆਸਤਾ ਆਸਤਾ ਇਸ ਤਰੀਕੇ ਦੇ ਨਾਲ ਲਾਣਾ। ਇਹਨੂੰ 4 ਤੋਂ 5 ਦਿਨ ਲਾਓਗੇ, ਬਿਲਕੁਲ ਜ਼ਖਮ ਠੀਕ ਹੋ ਜਾਏਗਾ ਔਰ ਨਾੜਾਂ ਪੱਠੇ ਖੁੱਲ ਜਾਣਗੇ। ਨਫਸ ਦੇ ਅੰਦਰ ਫਲਾਓ ਆ ਜਾਏਗਾ, ਮੋਟਾ ਹੋ ਜਾਏਗਾ ਔਰ ਨਫਸ ਦੇ ਅੰਦਰ ਜਿਹੜਾ ਟੇढ़ापन ਉਹ ਵੀ ਖਤਮ ਹੋ ਜਾਏਗਾ। ਇਹ ਸ਼ੂਗਰ ਤੋਂ ਬਗੈਰ ਜਿਹੜੇ ਲੋਕ ਨੇ ਉਹਨਾਂ ਵਾਸਤੇ ਇਹ ਪੱਟੀ ਹੈ। ਲਓ ਜੀ, ਇਹ ਦੂਸਰੀ ਪੱਟੀ ਜਿਹੜੀ ਹੈ ਨਾ, ਇਹ ਇੱਧਰ ਦੇਖੋ, ਇਹ ਪੱਟੀ ਅਸੀਂ ਉਹ ਤਿਆਰ ਹੈ। ਇੱਧਰ ਦੇਖੋ, ਇਹਨੂੰ ਪੱਤਾ ਬੰਨਣਾ ਹੈ ਇਸ ਪੱਟੀ ਦੇ ਉੱਤੇ। ਇਹਦੇ ਉੱਤੇ ਪੱਤਾ ਬੰਨਣ ਦੀ ਜ਼ਰੂਰਤ ਕੋਈ ਨਹੀਂ, ਇਹਦੇ ਉੱਤੇ ਸਿਰਫ ਤੁਸੀਂ ਕੱਪੜਾ ਬੰਨ ਸਕਦੇ ਸੀ। ਇਹ ਇੱਧਰ ਦੇਖੋ, ਇਹ ਜਿਹੜਾ ਕੱਪੜਾ ਹੈ ਨਾ, ਇਹਦੇ ਤੇ ਤੁਸੀਂ ਇਹ ਲਾ ਦਿੱਤਾ ਹੈ ਨਾ, ਇਹਦੇ ਉੱਤੇ ਤੁਸੀਂ ਇਹ ਇਸ ਤਰੀਕੇ ਦੇ ਨਾਲ ਕੱਪੜਾ ਵੀ ਬੰਨ ਸਕਦੇ ਹੋ। ਇਹ ਇਸ ਤਰੀਕੇ ਦੇ ਨਾਲ ਇਹਦੇ ਤੇ ਤੁਸੀਂ ਕੱਪੜਾ ਬੰਨ ਸਕਦੇ ਹੋ। ਇਹ ਜਿਹੜੀ ਇਹ ਦੇਖੋ, ਇਹ ਜਿਹੜਾ ਪੱਤਾ ਹੈ ਨਾ, ਅਸੀਂ ਪੱਤਾ ਕੱਟਿਆ, ਕੁਛ ਰਗਾਂ ਕੁਛ ਵੇਨਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਕਿਉਂਕਿ ਜਿਹੜਾ ਕੰਮ ਕਰਦਾ ਹੈ ਨਾ, ਜਿਹੜਾ ਇਸ ਕੰਮ ਨੂੰ ਜਾਣਦਾ, ਜਿਹੜਾ ਪੱਟੀ ਲਾਣੀ ਜਾਣਦਾ, ਜਿਹਦਾ ਕੰਮ ਹੀ ਉਹਨੂੰ ਹੀ ਪਤਾ ਹੁੰਦਾ ਵੇਨਾਂ ਦਾ। ਇਹ ਇਸ ਤਰੀਕੇ ਦੇ ਨਾਲ ਕੁਛ ਵੇਨਾਂ ਹੁੰਦੀਆਂ ਨੇ, ਇਹ ਇਸ ਤਰੀਕੇ ਦੇ ਨਾਲ ਉਹਨਾਂ ਵੇਨਾਂ ਦੇ ਉੱਤੇ ਨਾ ਇਹ ਪੱਤਾ ਲਾ ਦੇਣਾ। ਇਹ ਇੱਧਰ ਦੇਖੋ ਜੀ, ਇਹ ਇਸ ਤਰੀਕੇ ਦੇ ਨਾਲ ਇਹਨੂੰ ਪੱਤੇ ਨੂੰ ਲਾ ਦੇਣਾ। ਜਦੋਂ ਇਹ ਪੱਤਾ ਲਾ ਦੇਣਾ, ਉਸ ਤੋਂ ਬਾਅਦ ਇਹਦੇ ਉੱਤੇ ਤੁਸੀਂ ਕੀ ਕਰਨਾ ਹੈ, ਪੱਟੀ ਨੂੰ ਵਲ ਦੇਣਾ। ਇਹ ਇਸ ਤਰੀਕੇ ਦੇ ਨਾਲ ਬਿਲਕੁਲ ਪੋਲੇ ਪੋਲੇ ਹੱਥ ਨਾਲ, ਇਹ ਇਸ ਤਰ੍ਹਾਂ ਬਿਲਕੁਲ ਨਰਮ ਹੱਥ ਦੇ ਨਾਲ ਤੁਸੀਂ ਇਹਦੇ ਤੇ ਪੱਟੀ ਨੂੰ ਵਲ ਦੇਣਾ। ਪੱਟੀ ਨੂੰ ਵਲਣ ਤੋਂ ਬਾਅਦ ਸਵੇਰ ਉੱਠ ਕੇ ਤੇ ਪੱਟੀ ਨੂੰ ਖੋਲ ਦੇਣਾ, ਜਾਂ ਆਪਣੇ ਆਪ ਹੀ ਖੁੱਲ ਜਾਏਗੀ। ਅਗਰ ਆਪਣੇ ਆਪ ਨਾਲ ਖੁੱਲੀ ਤਾਂ ਸਵੇਰ ਇਹਨੂੰ ਖੋਲ ਦੇਣਾ। ਖੋਲਣ ਤੋਂ ਬਾਅਦ ਇਹਦਾ ਜਿਹੜਾ ਮਾਸ ਹੋਏਗਾ ਨਾ, ਉਹ ਤੋਂ ਲੈ ਜਾਏਗਾ। ਮਾਸ ਜਦੋਂ ਲੈ ਜਾਏਗਾ, 4 ਤੋਂ 5 ਦਿਨ ਕੀ ਕਰਨਾ, ਇਹਦੇ ਉੱਤੇ ਦੇਸੀ ਘਿਓ ਨੂੰ ਗਰਮ ਕਰਕੇ ਇਹਦੇ ਉੱਤੇ ਆਸਤਾ ਆਸਤਾ ਇਸ ਤਰੀਕੇ ਦੇ ਨਾਲ ਲਾਣਾ। ਜਿਸ ਤਰ੍ਹਾਂ ਦੇਸੀ ਘਿਓ ਲਾਂਦੇ ਜਾਓਗੇ ਜਾਂ ਜੈਤੂਨ ਦੇ ਤੇਲ ਨੂੰ ਗਰਮ ਕਰਕੇ ਲਾਂਦੇ ਜਾਓਗੇ, ਜਦੋਂ ਉੱਤੋਂ ਜਿਲਦ ਲੈ ਜਾਏਗੀ, ਬੇਪਨਾਹ ਸ਼ਕਤੀ ਪੈਦਾ ਕਰਦਾ ਜਾਏਗਾ, ਮਜ਼ਬੂਤੀ ਪੈਦਾ ਕਰਦਾ ਜਾਏਗਾ ਤੇ ਮੋਟਾਈ ਪੈਦਾ ਕਰਦਾ ਜਾਏਗਾ। ਲਓ ਜੀ, ਇਹ ਦੂਸਰਾ ਤਿਲਾ ਜਿਹੜਾ ਨਾ ਸਾਡੇ ਕੋਲੇ, ਇਹ ਜਿਹੜਾ ਤਿਲਾ, ਇਹ ਸ਼ੂਗਰ ਵਾਲੇ ਬੰਦੇ ਇਸਤੇਮਾਲ ਵੀ ਇਹਨੂੰ ਕਰ ਸਕਦੇ ਨੇ। ਇਹਨੂੰ ਜਿਹੜਾ ਮਰਜ਼ੀ ਬੰਦਾ ਇਸਤੇਮਾਲ ਕਰ ਸਕਦਾ, ਬੱਚਾ ਵੀ ਇਸਤੇਮਾਲ ਕਰ ਸਕਦਾ ਹੈ, 50 ਸਾਲ ਦਾ ਬੰਦਾ ਵੀ ਇਸਤੇਮਾਲ ਕਰ ਸਕਦਾ ਹੈ। ਇਹਨੂੰ ਹਰ ਬੰਦਾ ਇਸਤੇਮਾਲ ਕਰ ਸਕਦਾ। ਤੇ ਇਹਦੇ ਫਾਇਦੇ ਕੀ ਨੇ? ਇਹ ਜ਼ਖਮ ਨਹੀਂ ਕਰਦਾ। ਜਿਹੜੇ ਲੋਕ ਜ਼ਖਮ ਤੋਂ ਡਰ ਜਾਂਦੇ ਨੇ ਨਾ, ਇਹ ਜ਼ਖਮ ਨਹੀਂ ਕਰਦਾ। ਇਹ ਤੁਹਾਨੂੰ ਲਾਣਾ ਪਏਗਾ 14 ਦਿਨ। 14 ਦਿਨ ਇਹਦੀਆਂ ਪੱਟੀਆਂ ਕਰਨੀਆਂ ਪੈਣਗੀਆਂ ਤੁਹਾਨੂੰ। ਇਹ ਜਿਹੜਾ ਜ਼ਖਮ ਵਾਲਾ ਤਿਲਾ, ਸਿਰਫ ਇੱਕ ਪੱਟੀ ਕਰਨ ਤੋਂ ਬਾਅਦ ਤੁਹਾਨੂੰ ਨਹੀਂ ਕਰਨਾ ਪਏਗਾ। ਹਾਂ, ਅਗਰ ਕੋਈ ਸਾਨੂੰ ਆ ਕੇ ਬੰਦਾ ਕਹੇ ਨਾ ਕਿ ਜੀ ਇਹ ਤਿਲਾ ਮੈਨੂੰ ਦੇ ਦਿਓ, ਮੈਂ ਲੈ ਕੇ ਜਾਣਾ ਘਰ, ਤੇ ਘਰ ਜਾ ਕੇ ਮੈਂ ਪੱਟੀ ਆਪੇ ਹੀ ਕਰ ਲਿਆ ਕਰਾਂਗਾ, ਤੇ ਇਸ ਤਰ੍ਹਾਂ ਅਸੀਂ ਤਿਲਾ ਨਹੀਂ ਤੇ ਦਿੰਦੇ ਆ। ਇਹ ਅਗਰ ਤੁਸੀਂ ਪੱਟੀ ਕਰਵਾਉਣੀ ਹੈ ਤਾਂ ਸਾਡੇ ਕੋਲ ਦਵਾਖਾਨੇ ਤੇ ਆਉਣਾ ਪਏਗਾ ਤੁਹਾਨੂੰ, ਜਾਂ ਦੁਬਈ ਆਉਣਾ ਪਏਗਾ। ਮੇਰੇ ਕੋਲ ਮੈਂ ਦੁਬਈ ਹੁੰਨਾ ਅੱਜ ਕੱਲ੍ਹ, ਤੇ ਜੇ ਤੁਹਾਨੂੰ ਇੱਥੇ ਆਉਣਾ ਪਏਗਾ ਤੇ ਇੱਥੇ ਮੇਰੇ ਵੱਡੇ ਵਾਲਦ ਸਾਹਿਬ ਮੇਰੇ ਇੱਥੇ ਹੀ ਦਵਾਖਾਨੇ ਤੇ ਲਾਹੌਰ ਮੌਜੂਦ ਹੁੰਦੇ ਨੇ। ਤੁਸੀਂ ਇੱਥੇ ਵੀ ਆ ਸਕਦੇ ਹੋ। 15 ਦਿਨ ਇੱਥੇ ਹੁੰਨਾ ਮੈਂ, ਤੇ 15 ਦਿਨ ਦੁਬਈ ਹੁੰਨਾ, ਕਿਉਂਕਿ ਹੁਣ ਸਾਡਾ ਤਿਲਿਆਂ ਦਾ ਪੈ ਗਿਆ ਮੁਕਾਬਲਾ ਕਿਸੇ ਬੰਦੇ ਦੇ ਨਾਲ। ਉਹਨੇ ਕਿਹਾ ਜੀ ਤਿਲੇ ਮੈਂ ਬਣਾਉਣਾ। ਅਸੀਂ ਤਿਲੇ ਭਾਜੀ ਕੱਢ ਕੇ ਰੱਖਿਆ ਜੇ। ਇਹ ਇੱਧਰ ਦੇਖੋ, ਹੁਣ ਇਹ ਤਿਲੇ ਦਾ ਤੁਹਾਨੂੰ ਫਾਇਦਾ ਦੱਸੀਏ। ਇਹ ਇੰਨੀ ਕੁ ਮਲਮ ਲੈਣੀ, ਇਸ ਤੋਂ ਜ਼ਿਆਦਾ ਨਹੀਂ ਲੈਣੀ। ਇਹ ਨਜ਼ਰ ਆਉਂਦੀ ਪਈ ਹੈ, ਇਹ ਦੇਖੋ ਜੀ, ਬਿਲਕੁਲ ਇੰਨੀ ਲੈਣੀ। ਮਲਮ ਲੈਣ ਤੋਂ ਬਾਅਦ ਸੁੰਨਤ ਵਾਲਾ ਹਿੱਸਾ ਛੱਡ ਦੇਣਾ। ਇਹ ਅੱਗੇ ਵਾਲਾ ਜਿਹੜਾ ਹਿੱਸਾ ਹੈ ਨਾ, ਸੁੰਨਤ ਵਾਲਾ ਹਿੱਸਾ ਛੱਡ ਦੇਣਾ। ਇਹ ਇਸ ਤਰੀਕੇ ਨਾਲ ਸਿਰਫ ਜੜ ਦੇ ਵਿੱਚ ਲਾਣਾ। ਇਹ ਜੜ ਨਜ਼ਰ ਆਉਂਦੀ ਪਈ ਹੈ, ਇਹ ਤੁਸੀਂ ਜੜ ਦੇ ਵਿੱਚ ਲਾਣਾ। ਹੋਰ ਕਿਸੇ ਜਗ੍ਹਾ ਦੇ ਤੇ ਇਸ ਤਿਲੇ ਨੂੰ ਨਹੀਂ ਲਾਣਾ। ਜੜ ਦੇ ਅੰਦਰ ਇਸ ਤਿਲੇ ਨੂੰ ਤੁਸੀਂ ਲਾਣਾ। ਜੜ ਦੇ ਅੰਦਰ ਲਾਂਦੇ ਜਾਓਗੇ ਨਾ, ਲਾਂਦਿਆਂ ਅਗਰ ਕਰੇ ਸ਼ਕਤੀ ਪੈਦਾ, ਕਰੇ ਮਜ਼ਬੂਤੀ ਪੈਦਾ, ਤੇ ਕਈ ਬੰਦੇ ਨਹੀਂ ਨਾ ਮੰਨਦੇ, ਕਿਉਂਕਿ ਕਈਆਂ ਨੇ ਤਾਂ ਅੱਲਾ ਨੂੰ ਵੀ ਨਹੀਂ ਮੰਨਿਆ, ਤੇ ਬੰਦੇ ਨੂੰ ਕੀ ਮੰਨਣਾ। ਕਈ ਬੰਦੇ ਜਿਹੜੇ ਨਹੀਂ ਮੰਨਦੇ, ਉਹ ਸਾਡੇ ਕੋਲ ਬਹਿ ਕੇ ਇਸ ਤਰੀਕੇ ਦੇ ਨਾਲ ਜੜ ਦੇ ਅੰਦਰ ਇਸ ਤਿਲੇ ਨੂੰ ਲਾ ਲੈਣ। ਤਿਲੇ ਨੂੰ ਲਾਂਦਿਆਂ ਨਫਸ ਦੇ ਅੰਦਰ ਸ਼ਕਤੀ ਪੈਦਾ ਕਰੇਗਾ, ਮਜ਼ਬੂਤੀ ਪੈਦਾ ਕਰੇਗਾ, ਮੋਟਾਈ ਪੈਦਾ ਕਰੇਗਾ, ਮਗਰ ਨਫਸ ਨੂੰ ਇਹ ਵੱਡਾ ਨਹੀਂ ਕਰੇਗਾ। ਵੱਡਾ ਕਰਨ ਵਾਸਤੇ ਸਾਡੇ ਕੋਲ ਤਿਲੇ ਹੋਰ ਬੜੇ ਤਿਲੇ ਨੇ। ਪਿਓਰ ਕਾਲੇ ਬਿੱਛੂ ਦਾ, ਪਿਓਰ ਕਾਲੇ ਨਾਗ ਦਾ। ਦੇਖੋ ਤੁਹਾਨੂੰ ਨਾਗ ਵੀ ਦਿਖਾਓ ਜੀ ਜ਼ਰਾ, ਸੱਪ ਵੀ ਅੰਦਰ। ਕਈ ਲੋਕ ਕਹਿੰਦੇ ਨੇ ਕਿ ਜੀ ਹਕੀਮ ਸਾਹਿਬ ਖਾਲੀ ਗੱਲਾਂ ਹੀ ਨੇ ਜਾਂ ਚੀਜ਼ਾਂ ਵੀ ਨੇ। ਸਾਡੇ ਕੋਲੇ ਹਰ ਚੀਜ਼ ਦੁਨੀਆ ਦੀ ਮੌਜੂਦ ਹੈ ਜੀ। ਸਾਡੇ ਕੋਲੇ ਸੱਪ ਵੀ ਸਾਰੇ ਮੌਜੂਦ ਨੇ। ਇਹ ਇੱਧਰ ਦੇਖੋ ਜੀ, ਇਹ ਸੱਪ ਦੇਖੋ। ਇਸੇ ਤਰੀਕੇ ਦੇ ਨਾਲ ਸਾਡੇ ਕੋਲੇ ਹਰ ਕਿਸਮ ਦਾ ਸੱਪ ਮੌਜੂਦ ਹੈ। ਸਾਡੇ ਕੋਲੇ ਇਹ ਕਾਲੇ ਬਿੱਛੂ ਵੀ ਮੌਜੂਦ ਨੇ, ਜੋਕਾਂ ਵੀ ਮੌਜੂਦ ਨੇ। ਜਿਹੜੇ ਬੰਦੇ ਕਹਿੰਦੇ ਨੇ ਜੀ ਤਿਲੇ ਲਾ ਕੇ ਅਸੀਂ ਥੱਕ ਚੁੱਕੇ, ਸਾਨੂੰ ਤਿਲੇ ਫਾਇਦਾ ਨਹੀਂ ਕਰਦੇ, ਦੇਖੋ ਜਦੋਂ ਅਸਲ ਬੰਦੇ ਦੇ ਕੋਲ ਜਾਓਗੇ ਨਾ, ਤੁਹਾਨੂੰ ਤੇਲ ਵੀ ਉਦੋਂ ਫਾਇਦਾ ਕਰਨਗੇ ਤੇ ਤਿਲੇ ਵੀ ਤੁਹਾਨੂੰ ਉਦੋਂ ਫਾਇਦਾ ਕਰਨਗੇ।
ਤੇ ਇਹ ਇੱਧਰ ਦੇਖੋ ਜੀ, ਇਹ ਸਾਡੇ ਕੋਲ ਇਹ ਬਿੱਛੂ ਨੇ। ਜਿਹੜੇ ਬੰਦੇ ਕਹਿੰਦੇ ਨੇ ਜੀ, ਕਈਆਂ ਬੰਦਿਆਂ ਦਾ ਨਾ ਮੈਸੇਜ ਆਉਂਦੇ ਨੇ ਕਿ ਹਕੀਮ ਸਾਹਿਬ ਜ਼ਿੰਦਾ ਬਿੱਛੂ ਦਾ ਤੁਸੀਂ ਤੇਲ ਬਣਾਉਂਦੇ ਹੋ ਜਾਂ ਜ਼ਿੰਦਾ ਬਿੱਛੂ ਨੂੰ ਤੁਸੀਂ ਜਿਹੜਾ ਵੇ ਕੱਢ ਕੇ ਉਹਦੀ ਚਰਬੀ ਕੱਢ ਦਿਓ। ਨਹੀਂ, ਇਹ ਜਿਸ ਤਰ੍ਹਾਂ ਸਾਡੇ ਕੋਲੇ ਕਾਲੇ ਸੱਪ ਪਏ ਨੇ ਨਾ, ਕਾਲੇ ਸੱਪਾਂ ਦੇ ਅੰਦਰੋਂ ਵੀ ਅਸੀਂ ਚਰਬੀ ਕੱਢਨੇ ਆ। ਇਹਨੂੰ ਸਭ ਤੋਂ ਪਹਿਲੇ ਅਸੀਂ ਜ਼ਿਬਾ ਕਰਨੇ ਆ। ਜ਼ਿਬਾ ਕਰਨ ਤੋਂ ਬਾਅਦ ਇਹਦੇ ਅੰਦਰੋਂ ਅਸੀਂ ਸੱਪ ਦੇ ਅੰਦਰੋਂ ਨਾ ਚਰਬੀ ਕੱਢਨੇ ਆ। ਚਰਬੀ ਕੱਢ ਕੇ ਫਿਰ ਉਹਦਾ ਅਸੀਂ ਤੇਲ ਬਣਾਉਣੇ। ਇਹਦੇ ਅੰਦਰ ਇੱਕ ਪੀਤਾ ਹੁੰਦਾ, ਪੀਤਾ ਵੇਖਿਆ ਨਾ, ਕਈ ਬੰਦੇ ਉਹ ਲਾ ਕੇ ਸਪਰੇਅ ਲਾ ਕੇ ਉਹ ਤੇਲ ਜਿਹਾ ਲਾ ਕੇ ਤੇ ਘੰਟਾ ਅੱਧਾ ਘੰਟਾ ਡੇਢ ਘੰਟਾ ਲੱਗੇ ਰਹਿੰਦੇ ਨੇ। ਇਹ ਉਹਨਾਂ ਨੇ ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਤਿਆਰ ਕੀਤਾ ਹੁੰਦਾ, ਮਗਰ ਅਸੀਂ ਇਹਦੇ ਪਿੱਤੇ ਦੇ ਨਾਲ ਨਾ ਇੱਕ ਸਟੁੱਡ ਤਿਆਰ ਕੀਤਾ ਹੈ। ਮਗਰ ਉਹਦਾ ਫਾਇਦਾ ਭਲਾ ਕਿ ਉਹ ਸੁੰਨਤ ਵਾਲਾ ਹਿੱਸਾ ਛੱਡ ਕੇ ਉਹਦੀ ਮਾਲਿਸ਼ ਕਰੋ 25 ਤੋਂ 30 ਮਿੰਟ, ਅੱਧਾ ਘੰਟਾ ਬੰਦਾ ਹਮ ਬਿਸਤਰੀ ਕਰਦਾ ਰਹੇ ਤੇ ਫਾਰਗ ਨਹੀਂ ਹੁੰਦਾ, ਮਗਰ ਉਹਦਾ ਨੁਕਸਾਨ ਫਾਇਦਾ ਨਹੀਂ। ਉਹ ਤੇ ਕਦੀ ਕੋਈ ਬੰਦਾ ਅਗਰ ਸ਼ੌਕ ਰੱਖਣਾ ਚਾਹਵੇ ਤੇ ਫਿਰ ਇਹਦਾ ਇਸਤੇਮਾਲ ਕਰ ਸਕਦਾ, ਮਗਰ ਅਸੀਂ ਇਹਦੀ ਚਰਬੀ ਲੈਂਦੇ। ਸਿਰਫ ਅਸੀਂ ਇਹਦੀ ਚਰਬੀ ਦਾ ਤੇਲ ਬਣਾਉਂਦੇ ਆ। ਔਰ ਉਸ ਤੋਂ ਬਾਅਦ ਇਹ ਕਾਲੇ ਬਿੱਛੂ ਨੇ ਜਿਹੜੇ, ਇਹ ਇੱਧਰ ਦੇਖੋ, ਇਹ ਦੇਖੋ ਜੀ, ਇਹ ਸਾਡੇ ਕੋਲੇ ਕਾਲੇ ਬਿੱਛੂ। ਇਹਨਾਂ ਬਿੱਛੂਆਂ ਦਾ ਵੀ ਅਸੀਂ ਤੇਲ ਬਣਾਉਂਦੇ ਆ ਔਰ ਜ਼ਿੰਦਾ ਨਹੀਂ ਅਸੀਂ ਕਰਦੇ। ਇੱਧਰ ਦੇਖੋ, ਇਹ ਅਸੀਂ ਬੇਜ਼ਰਬ ਕੀਤੇ ਹੁੰਦੇ ਨੇ। ਹਰ ਕੰਮ ਦਾ ਇੱਕ ਤਰੀਕਾ ਹੈ। ਇਹ ਦੇਖੋ ਜੀ, ਇਹ ਬਿੱਛੂ, ਇਹਨੂੰ ਅਸੀਂ ਸਭ ਤੋਂ ਪਹਿਲੇ ਕੀ ਕਰਨੇ ਆ ਕਿ ਅਸੀਂ ਇਹਨੂੰ ਜਿਹੜਾ ਨਾ ਮਹਿਫੂਜ਼ ਕਰ ਲੈਂਦੇ ਹਾਂ ਕਿਸੇ ਬੋਤਲ ਦੇ ਅੰਦਰ, ਤਾਂ ਕਿ ਇਹਦੇ ਅੰਦਰੋਂ ਸਮੈਲ ਨਾ ਆਵੇ। ਫਿਰ ਇਸ ਬਿੱਛੂ ਨੂੰ ਅਸੀਂ ਰਗੜਾਈ ਕਰਨੇ। ਇਹ ਇੱਧਰ ਦੇਖੋ, ਇਹ ਜਿਸ ਤਰੀਕੇ ਦੇ ਨਾਲ ਇਹਦੇ ਅੰਦਰ ਬਿੱਛੂ ਪਾਇਆ, ਬਿੱਛੂ ਪਾਉਣ ਤੋਂ ਬਾਅਦ ਵੇਖਿਆ ਜੇ ਭਾਜੀ ਹੁਣ ਜ਼ਰਾ ਕੰਮ ਇਹਦੇ। ਲਓ ਜੀ, ਇਹ ਇੱਧਰ ਦੇਖਣਾ ਜ਼ਰਾ, ਇਹ ਕਾਲਾ ਬਿੱਛੂ ਹੈ। ਇਹ ਦੇਖੋ, ਇਹ ਕਾਲਾ ਬਿੱਛੂ ਅਸੀਂ ਪਾਇਆ ਇਹਦੇ ਵਿੱਚ। ਇਹ ਤੇਲ ਇਹਦੇ ਅੰਦਰ ਅਸੀਂ ਪਾਇਆ ਜੀ। ਇੱਧਰ ਇਹ ਨਜ਼ਰ ਆਉਂਦਾ ਪਿਆ, ਇਹ ਦੇਖੋ, ਇਹ ਦੇਖੋ ਜੀ, ਇਹਦੇ ਵਿੱਚ ਧੂੰਆਂ ਨਿਕਲਦਾ ਪਿਆ। ਇਹਨੇ ਜਿਸ ਤਰੀਕੇ ਨਾਲ ਲੱਗਣਾ, ਇਹਨੇ ਹੀਟ ਪੈਦਾ ਕਰਨੀ। ਇਹਨੇ ਤੁਹਾਡੀਆਂ ਜਿੰਨੀਆਂ ਨਾੜਾਂ ਬੰਦ ਨੇ ਨਾ, ਰਗਾਂ ਜਿੰਨੀਆਂ ਬੰਦ ਨੇ, ਸਾਰੀਆਂ ਰਗਾਂ ਦੇ ਪੱਠੇ ਨੇ ਖੋਲ ਦੇਣੇ। ਇਹ ਦੇਖੋ, ਇਹਦਾ ਨਾਂ ਜੇ ਤਿਲਾ। ਤੇ ਤਿਲੇ ਤੁਸੀਂ ਕਿਸੇ ਕਿਸਮ ਦਾ ਤਿਲਾ ਕਹੋ, ਮੇਰੇ ਕੋਲ ਉਹ ਤਿਲਾ ਕਿ ਜਿਹੜੇ ਇੱਕ ਦਿਨ ਲਾਓ ਤੇ ਤਾਂ ਵੀ ਫਾਇਦਾ। ਕਈ ਮੇਰੇ ਕੋਲ 7 ਦਿਨ ਦਾ ਤਿਲਾ, 7 ਦਿਨ ਇਸਤੇਮਾਲ ਕਰਨਾ ਪੈਂਦਾ। ਕਦੀ ਕੋਈ ਤਿਲਾ ਮੇਰੇ ਕੋਲ 14 ਦਿਨ ਇਸਤੇਮਾਲ ਕਰਨਾ ਪੈਂਦਾ। ਤਿਲਿਆਂ ਦਾ ਹਕੀਮ ਯਾਸਿਨ ਬਾਦਸ਼ਾਹ ਜੀ। ਤੇ ਅੱਜ ਤੋਂ ਬਾਅਦ ਇਹ ਦੇਖੋ, ਤੁਹਾਨੂੰ ਇਹ ਮੈਂ ਡਿਸਪਲੇ ਆਪਣੀ ਦੁਕਾਨ ਦੀ ਜਿਹੜੀ ਨਾ, ਪਾਕਿਸਤਾਨ ਜਿਹੜੀ ਮੇਰੀ ਦੁਕਾਨ ਹੈ ਲਾਹੌਰ ਦੇ ਅੰਦਰ, ਸ਼ਾਦਰਾ ਮੋਲ ਲਾਹੌਰ ਦੇ ਅੰਦਰ, ਅੱਜ ਦੁਕਾਨ ਦੀ ਤੁਹਾਨੂੰ ਡਿਸਪਲੇ ਦਿਖਾ ਦਿੱਤੀ। ਇਨਸ਼ਾਅੱਲਾ ਨੈਕਸਟ ਟਾਈਮ ਤੁਹਾਨੂੰ ਜਦੋਂ ਵੀ ਵੀਡੀਓ ਦੇ ਅੰਦਰ ਨਜ਼ਰ ਆਵਾਂਗਾ ਨਾ, ਮੈਂ ਇਹਦੇ ਵਾਸਤੇ ਇੱਕ ਜਗ੍ਹਾ ਬਣਾਈ ਹੈ ਜਿੱਥੇ ਮੈਂ ਕੁਸ਼ਤੇ ਤੇ ਜੋਹਰ ਦੇ, ਜਿੱਥੇ ਹਰ ਕਿਸਮ ਦਾ ਮੈਂ ਤਿਲਾ ਬਣਾਉਣਾ ਹੈ। ਐਸਾ ਤਿਲਾ ਬਣਾਉਣਾ ਜਿਹਨੂੰ 2-2 ਸਾਲ ਵੀ ਲੱਗਦੇ ਨੇ, 3-3 ਸਾਲ ਲੱਗਦੇ ਨੇ। ਜ਼ਮੀਨ ਦੇ ਅੰਦਰ ਦਬਾ ਕੇ, ਘੜਿਆਂ ਦੇ ਅੰਦਰ ਦਬਾ ਕੇ, ਇਹ ਤਾਂਬੇ ਦੀਆਂ ਦੇਗਾਂ ਦੇ ਅੰਦਰ ਦਬਾ ਕੇ ਤੁਹਾਨੂੰ ਹਰ ਵੀਡੀਓ ਇਨਸ਼ਾਅੱਲਾ ਤਾਲਾ, ਅਗਲੀ ਜਿਹੜੀ ਵੀਡੀਓ ਤੁਹਾਨੂੰ ਡੇਰੇ ਦੀ ਨਜ਼ਰ ਆਏਗੀ, ਜਿੱਥੇ ਬਹਿ ਕੇ ਅਸੀਂ ਪਹਾੜਾਂ ਦੇ ਅੰਦਰ ਇਹ ਵੀਡੀਓ ਚੀਜ਼ਾਂ ਬਣਾਉਣੀਆਂ ਕਰਨੀਆਂ ਨੇ। ਤੇ ਦੁਕਾਨ ਤੇ ਇਨਸ਼ਾਅੱਲਾ ਤਾਲਾ ਕਦੀ ਜਿਹੜੀ ਬਣੇ ਕਰੇਗੀ। ਬਹਰਹਾਲ ਸਾਡਾ ਦੁਆਖਾਨਾ, ਜਿਹੜੀ ਵੀ ਚੀਜ਼ ਅਸੀਂ ਜਿੱਥੇ ਵੀ ਬਣਾਉਣੀ ਹੈ ਨਾ, ਸ਼ਾਦਰਾ ਮੋਲ ਲਾਹੌਰ ਮੈਟਰੋ ਸਟੇਸ਼ਨ ਦੇ ਸਾਹਮਣੇ ਸਾਡਾ ਦੁਆਖਾਨਾ ਮਿਲੇਗੀ ਤੁਹਾਨੂੰ ਉੱਥੋਂ। ਤੇ ਜਿਹੜੀ ਸਾਡੀ ਦੁਬਈ ਦੇ ਅੰਦਰ ਦੁਆਖਾਨਾ ਸਾਡਾ, ਉੱਥੇ ਮੈਂ ਆਪ ਮੌਜੂਦ ਹੋਣਾ। ਜਦੋਂ ਤੁਹਾਡਾ ਦਿਲ ਕਰੇ ਉੱਥੇ ਵੀ ਤੁਸੀਂ ਆ ਸਕਦੇ ਹੋ। ਲਾਹੌਰ ਦੇ ਅੰਦਰ ਵੀ ਮੈਂ 15 ਦਿਨ ਮੌਜੂਦ ਹੋਣਾ। ਜਦੋਂ ਤੁਹਾਡਾ ਦਿਲ ਕਰੇ ਇੱਥੇ ਵੀ ਆ ਸਕਦੇ ਹੋ। ਤੇ ਨੰਬਰ ਮੇਰਾ ਨੋਟ ਕਰ ਲਓ। ਅਕਸਰ ਨੰਬਰ ਤੋਂ ਨਾ ਲੋਕ ਭੁੱਲ ਜਾਂਦੇ ਨੇ। ਨੰਬਰ ਮੇਰੇ 2 ਦੇ 0300 ਪੂਰਾ 85 75 378। ਦੂਸਰਾ ਨੰਬਰ ਜੇ ਮੇਰਾ 0318 100 ਪੂਰਾ 5378, 03008575378378। ਇਹਨਾਂ ਨੰਬਰਾਂ ਤੇ ਰਾਬਤਾ ਕਰਨਾ। ਇਹਨਾਂ ਨੰਬਰਾਂ ਤੋਂ ਇਲਾਵਾ ਕੋਈ ਵੀ ਫੇਕ ਨੰਬਰ ਤੇ ਤੁਸੀਂ ਪੈਸੇ ਭੇਜ ਦਿੰਦੇ ਹੋ ਜਾਂ ਤੁਸੀਂ ਕੋਈ ਦਵਾਈ ਮੰਗਾਉਂਦੇ ਹੋ, ਤੁਹਾਨੂੰ ਫਾਇਦਾ ਨਹੀਂ ਹੁੰਦਾ, ਨੁਕਸਾਨ ਹੋ ਜਾਂਦਾ, ਤੇ ਉਹਦਾ ਹਕੀਮ ਯਾਸਿਨ ਜ਼ਿੰਮੇਦਾਰ ਬਿਲਕੁਲ ਨਹੀਂ। ਜੇ ਤਾਂ ਕਿ ਮੈਂ ਹਰ ਵੀਡੀਓ ਦੇ ਅੰਦਰ ਤੁਹਾਨੂੰ ਦੱਸਿਆ ਕਿ ਅਗਰ ਤੁਸੀਂ ਕਿਸੇ ਗਲਤ ਬੰਦੇ ਕੋਲ ਚੀਜ਼ ਮੰਗਾਉਂਦੇ ਹੋ, ਨੁਕਸਾਨ ਹੋ ਜਾਂਦਾ, ਤਾਂ ਉਹਦਾ ਜ਼ਿੰਮੇਦਾਰ ਮੈਂ ਨਹੀਂ। ਅਗਰ ਤੁਸੀਂ ਤੁਹਾਨੂੰ ਨਹੀਂ ਪਤਾ ਚੱਲਦਾ, ਵੀਡੀਓ ਕਾਲ ਕਰਕੇ ਤੁਸੀਂ ਦੇਖ ਸਕਦੇ ਹੋ। ਵੀਡੀਓ ਕਾਲ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜਾ ਬੰਦਾ ਅਸਲ ਹੈ ਤੇ ਕਿਹੜਾ ਨਕਲ ਹੈ। ਕਿਉਂ ਕਿ ਕਾਫੀ ਸਾਰੇ ਲੋਕ ਨੇ ਕਿ ਜਿਹੜੇ ਖੁਦ ਤੇ ਕੁਝ ਕਰ ਨਹੀਂ ਸਕਦੇ, ਵੀਡੀਓ ਚੁੱਕਦੇ ਨੇ, ਥੱਲੇ ਨੰਬਰ ਆਪਣੇ ਲਾ ਦਿੰਦੇ ਨੇ ਤੇ ਫਿਰ ਪੈਸੇ ਮੰਗਾਉਂਦੇ ਰਹਿੰਦੇ ਨੇ ਲੋਕਾਂ ਕੋਲੋਂ। ਤੇ ਅੱਜ ਕੱਲ੍ਹ ਮੈਂ ਤਿਲੇ ਦਾ ਬੜਾ ਜਨਾਬ ਅਲੀ, ਮੇਰੇ ਸ਼ਾਗਿਰਦਾਂ ਨੇ, ਦੋਸਤਾਂ ਨੇ ਨਾ ਮੈਨੂੰ ਦੱਸਿਆ ਕਿ ਹਕੀਮ ਯਾਸਿਨ ਸਾਹਿਬ ਇਸ ਤਰ੍ਹਾਂ ਦੋਸਤ ਕੋਈ ਤਿਲੇ ਦਾ ਨਾ ਚੈਲੰਜ ਕਰਦੇ ਪਏ ਨੇ। ਲਓ ਜੀ, ਮੈਂ ਇਨਸ਼ਾਅੱਲਾ ਇਹ ਵੀਡੀਓ ਤੁਹਾਨੂੰ ਪਹਿਲੀ ਜਿਹੜੀ ਬਣਾ ਕੇ ਦੁਆਖਾਨੇ ਦੀ ਦਿਖਾ ਦਿੱਤੀ ਹੈ। ਇਸ ਤੋਂ ਬਾਅਦ ਜਿਹੜੀ ਵੀਡੀਓ ਆਏਗੀ ਤੁਹਾਨੂੰ ਐਸੀ ਜ਼ਾਤ ਦਾ ਤਿਲਾ ਬਣਾ ਕੇ ਦਿਖਾਵਾਂਗੇ। ਇਨਸ਼ਾਅੱਲਾ ਤੁਸੀਂ ਯਾਦ ਰੱਖੋਗੇ ਕਿ जिस तरह कहते हैं ना कि बचपन में हम ना समझे इस काया की कदरदानी, अब समझे तो खाक समझे जब लुट गई जवानी।
किस काम का है दरिया जिसमें नहीं रुवानी, जब जोश ही ना रहा तो किस काम की है जवानी। जवानियां बहाल करनियां ने ते हकीम यासीन नाल राबता करो, लम्मा मोटा गल्लां नाल नहीं हुंदा। ਇਹ ਘੋੜਾ ਤੇ ਘੋੜੇ ਦਾ ਮੈਦਾਨ, ਜੇ ਮੈਦਾਨ ਚ ਆ ਕੇ ਅਗਰ ਕੋਈ ਬੰਦਾ ਤਿਲੇ ਦੀ ਨਮਾਇਸ਼ ਕਰਨੀ ਚਾਹੁੰਦਾ ਹੈ ਨਾ, ਕੋਈ ਦੱਸਣਾ ਚਾਹੁੰਦਾ ਹੈ ਕਿ ਲੈ ਜੀ ਮੇਰੇ ਕੋਲ ਤਿਲਾ ਲੰਮਾ ਤੇ ਮੋਟਾ ਕਰਨ ਵਾਲਾ ਤੇ ਮੇਰੇ ਕੋਲ ਤਿਲਾ ਪਾਵਰ ਕਰਨ ਵਾਲਾ, ਹਕੀਮ ਯਾਸੀਨ ਨਾਲ ਰਾਬਤਾ ਕਰੇ। ਲਓ ਮੈਨੂੰ ਕਿਸੇ ਕਿਸਮ ਦੇ ਤਿਲੇ ਦਾ ਨਾਮ ਲਵੋ, ਮੈਂ ਤੁਹਾਡੇ ਸਾਹਮਣੇ ਬਣਾ ਕੇ ਦਿਖਾ ਦਾਂਗਾ। ਮੈਂ 120 ਤਿਲੇ ਬਣਾਉਣੇ ਜਾਣਨਾ। ਮੇਰੇ ਕੋਲ ਉਹ ਤਿਲਾ ਵੀ ਮੈਨੂੰ ਬਣਾਉਣਾ ਆਉਂਦਾ ਕਿ ਜਿਹੜਾ ਇਸ ਤਰ੍ਹਾਂ ਕਰਕੇ 2 ਕਤਰੇ ਉੱਤੇ ਲਾ ਦਿਓ। 2 ਕਤਰੇ ਲਾਉਣ ਤੋਂ ਬਾਅਦ ਜਿੰਨੀ ਦੇਰ ਤੱਕ ਹਕੀਮ ਯਾਸੀਨ ਨਾ ਚਾਵੇ, ਅਗਰ ਉਸ ਬੰਦੇ ਦੇ ਸਪੁਰਦੇ ਚੋਂ ਪਾਣੀ ਨਿਕਲ ਆਵੇ ਤੇ ਸਮਝਣਾ ਕਿ ਮੈਂ ਹਕੀਮ ਨਹੀਂ। ਤੇ ਜੇ ਅਗਰ ਦਵਾਈ ਤੇਲ ਕਰੇ ਕੰਮ 2-2 ਘੰਟੇ 3-3 ਘੰਟੇ 5-5 ਘੰਟੇ, ਜਿੰਨੀ ਦੇਰ ਤੱਕ ਸਾਡਾ ਰਾਸਤਾ ਨਹੀਂ ਨਾ ਕਰੇਗਾ ਉਨੀ ਦੇਰ ਤੱਕ ਸਪੁਰਦੇ ਚੋਂ ਪਾਣੀ ਨਹੀਂ ਨਿਕਲੇਗਾ। ਅਸੀਂ ਉਹਨੂੰ ਤੋੜ ਦੱਸਾਂਗੇ, ਲੈ ਵੀ ਹੁਣ ਤੂੰ ਤੇਲ ਨੂੰ ਇਸਤੇਮਾਲ ਕੀਤਾ, ਇਹ ਤੋੜ ਹੀ, ਇਹ ਪਾਣੀ ਪੀ ਲੈ ਜਾਂ ਜ਼ਬਾਨ ਦੇ ਉੱਤੇ ਨਮਕ ਲਾ ਲਾ, ਤੇਰੇ ਪੁਰਜੇ ਚੋਂ ਪਾਣੀ ਨਿਕਲੇਗਾ। ਜਿਹੜਾ ਸੱਪ ਤੁਸੀਂ ਵੇਖਦੇ ਪਏ ਜੇ ਨਾ, ਇਹ ਭੱਜ ਭੱਜ ਕੇ ਪੈਂਦਾ, ਜ਼ਹਿਰ ਦਾ ਭਰਿਆ, ਹਜੇ ਇਹਨੂੰ ਸਾਫ਼ ਨਹੀਂ ਕੀਤਾ, ਇਹ ਡਰਾਉਣ ਦੀ ਕੋਸ਼ਿਸ਼ ਕਰਦਾ। ਇਹਨੂੰ ਸਾਫ਼ ਕੀਤਾ ਨਾ, ਇਹਦੇ ਮੈਂ ਜ਼ਹਿਰ ਕੱਢ ਦਿੱਤਾ, ਇਹ ਭੱਜ ਕੇ ਅੰਦਰ ਵੜ ਜਾਂਦੇ। ਇੱਧਰ ਦੇਖੋ, ਇਹ ਇੱਧਰ ਦੇਖੋ ਜੀ, ਇਹ ਕਾਲਾ ਹੈ, ਇਹ ਕੱਕੜ ਸੱਪ ਹੈ ਤੇ ਇਹ ਕਾਲਾ ਸੱਪ ਹੈ। ਇਹ ਜੋੜਾ ਜੀ ਜੋੜਾ, ਇਹ ਫੜਿਆ ਸੀ ਭਲਾ ਕਿੱਥੋਂ? ਪਹਾੜਾਂ ਦੇ ਵਿੱਚੋਂ, ਬਿਲਕੁਲ ਸ਼ਾਹ ਕਾਲਾ, ਇਹਨੂੰ ਅਸੀਂ ਪਹਾੜਾਂ ਦੇ ਵਿੱਚੋਂ ਫੜਿਆ ਸੀ। ਲਓ ਜੀ, ਇਹ ਅੱਜ ਦੀ ਮੇਰੀ ਵੀਡੀਓ ਇਹ ਹੀ ਸੀ। ਡਰੈਸ ਸਾਡਾ ਸ਼ਾਦਰਾ ਮੋੜ ਲਾਹੌਰ ਮੈਟਰੋ ਸਟੇਸ਼ਨ ਦੇ ਸਾਹਮਣੇ ਸਾਡਾ ਦਵਾਖਾਨਾ ਜੇ। ਅਗਰ ਕੋਈ ਬੰਦਾ ਸਾਡੇ ਕੋਲੇ ਆਣਾ ਚਾਹੇ, ਮਿਲਣਾ ਚਾਹੇ, ਤਾਂ ਸਾਡਾ ਦਵਾਖਾਨਾ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਦਵਾਖਾਨਾ ਓਪਨ ਰਹਿੰਦਾ ਜੇ। ਤੇ ਅਗਰ ਕੋਈ ਸਾਡੇ ਕੋਲੋਂ DHL ਜਾਂ TCS ਮੰਗਵਾਉਣਾ ਚਾਹੇ, ਪੂਰੇ ਪਾਕਿਸਤਾਨ 'ਚ ਵੀ, ਪੂਰੀ ਦੁਨੀਆ ਦੇ ਉੱਤੇ ਅਸੀਂ ਵੀ ਭੇਜਨੇ। ਸਿਰਫ ਇਸਰਾਈਲ ਤੋਂ ਇਲਾਵਾ ਹਰ ਜਗ੍ਹਾ ਤੇ ਸਾਡਾ ਪਾਰਸਲ ਡਿਲੀਵਰੀ ਜਾਂਦੀ ਏ। ਤੇ ਜਿਹੜਾ ਬੰਦਾ ਮੰਗਵਾਉਣਾ ਚਾਹੇ ਮੰਗਵਾ ਸਕਦਾ। ਅਗਰ ਬੰਦਾ ਕੋਈ ਕਹਿੰਦਾ ਕਿ ਮੈਂ ਹਕੀਮ ਸਾਹਿਬ ਤੁਹਾਨੂੰ ਮਿਲਣਾ ਚਾਹੁੰਦਾ, ਮੈਨੂੰ ਦੁਬਈ ਦੇ ਅੰਦਰ ਮਿਲ ਸਕਦਾ। ਦੁਬਈ ਦੇ ਅੰਦਰ ਮੇਰਾ ਦਵਾਖਾਨਾ ਜੇ, ਮੇਰੇ ਨਾਲ ਰਾਬਤਾ ਦੁਬਈ ਵਾਲੇ ਨੰਬਰ ਤੇ ਕਰਕੇ। ਔਰ ਜਿੰਨੀ ਦੇਰ ਤੱਕ ਤੁਸੀਂ ਵੀਡੀਓ ਕਾਲ ਤੇ ਮੇਰੇ ਨਾਲ ਰਾਬਤਾ ਨਾ ਰੱਖੋ ਜਾਂ ਮੇਰੇ ਨਾਲ ਮੁਲਾਕਾਤ ਨਾ ਕਰੋ, ਕਿਸੇ ਕੋਲੋਂ ਕੋਸ਼ਿਸ਼ ਕਰਿਆ ਕਰੋ ਕਿ ਚੀਜ਼ ਨਾ ਮੰਗਾਇਆ ਕਰੋ। ਇਹ ਦਵਾਖਾਨਾ ਤੁਹਾਨੂੰ ਦਿਖਾਦਾ ਸ਼ਾਦਰੇ ਮੋੜ ਲਾਹੌਰ ਮੈਟਰੋ ਸਟੇਸ਼ਨ ਦੇ ਸਾਹਮਣੇ ਸਾਡਾ ਦਵਾਖਾਨਾ। ਇਹ ਉੱਤੇ ਅਸੀਂ ਦਵਾਖਾਨੇ ਦੇ ਉੱਤੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ। ਹੁਣ ਅਗਲੀ ਵੀਡੀਓ ਅਸੀਂ ਥੱਲੇ ਜਾ ਕੇ ਬਣਾਵਾਂਗੇ। ਔਰ ਇਸ ਤੋਂ ਬਾਅਦ ਜਿੰਨੀਆਂ ਵੀਡੀਓ ਆਉਣਗੀਆਂ ਇਨਸ਼ਾਅੱਲਾ ਤੁਹਾਨੂੰ ਬਾਹਰ ਪਹਾੜਾਂ ਦੇ ਵਿੱਚ ਅਸੀਂ ਵੱਡੇ ਤੋਂ ਵੱਡਾ ਤਿਲਾ ਬਣਾ ਕੇ ਦਿਖਾਵਾਂਗੇ। ਤਲੀ ਦੇ ਉੱਤੇ ਸਰੋਂ ਜਮਾਵਾਂਗੇ ਇਨਸ਼ਾਅੱਲਾ। ਤੇ ਤਿਲਿਆਂ ਦਾ ਕੋਈ ਮੁਕਾਬਲਾ ਜਿਹੜਾ ਨਾ ਕਰਨਾ ਚਾਹਵੇ ਤਾਂ ਹਕੀਮ ਯਾਸੀਨ ਦੀ ਤਰਫੋਂ ਚੈਲੰਜ ਹੈ ਜੀ, ਸਾਡੇ ਨਾਲ ਕਿਸੇ ਵੀ ਮੈਦਾਨ 'ਚ ਆ ਕੇ ਉਹ ਤਿਲਿਆਂ ਦੇ ਬਾਰੇ ਆ ਕੇ ਬਹਿ ਸਕਦਾ। ਲਓ ਜੀ, ਇੱਧਰ ਦੇਖੋ, ਇਹ ਜਿਹੜੇ 2 ਸੱਪ ਨੇ ਨਾ, ਕਹਿੰਦੇ ਨੇ ਜੋੜਾ ਸੀ ਕਾਲਿਆਂ ਨਾਗਾਂ ਦਾ, ਜਿਹੜਾ ਵਿੱਚ ਅੰਗਣੀ ਦੇ ਪੇਲੇ ਨਾਗਨੀ ਸੀ, ਵਿੱਚ ਉਹ ਸੱਪਣੀ ਜਿਹੜੀ ਭੁੱਜ ਗਈ ਹੈ ਵਾਂਗ ਕਰੇਲੇ। ਐਡਾ ਦਰਦੀ ਕੌਣ ਮਿਲੂ ਜਿਹੜਾ ਫੇਰ ਕਰਾ ਦੂ ਮੇਲੇ। ਕਿਉਂ ਕਿ ਅੱਜ ਅਸੀਂ ਇਹਨਾਂ ਨੂੰ ਜੁਦਾ ਕਰ ਦੇਣਾ, ਅੱਜ ਅਸੀਂ ਇਹਨਾਂ ਦੀ ਚਰਬੀ ਕੱਢ ਕੇ ਅੱਜ ਅਸੀਂ ਇਹਨਾਂ ਦਾ ਤੇਲ ਬਣਾ ਦੇਣਾ। ਤੇ ਤੇਲ ਉਹ ਜਿਹੜਾ ਵੇ ਇਸ ਤਰੀਕੇ ਦਾ ਬਣੇਗਾ ਕਿ ਜਿਹੜੇ ਬੰਦੇ 10 ਸਾਲ ਤੋਂ ਲੈ ਕੇ 30 ਸਾਲ ਤੱਕ ਜਿਨ੍ਹਾਂ ਦੀ ਉਮਰ ਹੈ ਨਾ, ਉਹਨਾਂ ਬੰਦਿਆਂ ਵਾਸਤੇ ਇਹਦਾ ਤੇਲ ਸੋਨਾ ਹੈ। ਇਹਦੀ ਚਰਬੀ ਦਾ ਤੇਲ ਬਣੇਗਾ। ਕਈ ਬੰਦੇ ਨਾ ਕਹਿੰਦੇ ਨੇ ਯਾਰ ਤੂੰ ਸੱਪਾਂ ਦਾ ਤੇਲ ਬਣਾਉਣਾ ਹਕੀਮ ਸਾਹਿਬ, ਇਹ ਜ਼ਹਿਰੀਲਾ ਤਾਂ ਨਹੀਂ ਹੁੰਦਾ? ਨਹੀਂ, ਇਹਦੇ ਅੰਦਰ ਕੋਈ ਜ਼ਹਿਰ ਨਹੀਂ। ਜ਼ਹਿਰ ਇਹਦੀ ਅਸੀਂ ਸਾਫ਼ ਕਰਦੀ, ਨਾਲੇ ਅਸੀਂ ਚਰਬੀ ਕੱਢਣੀ ਹੈ ਜੀ। ਚਰਬੀ ਦਾ ਕੋਈ ਡਰ ਨਹੀਂ ਹੁੰਦਾ ਇਹਦਾ, ਠੀਕ ਹੈ ਜੀ। ਤੇ ਅਗਰ ਕੋਈ ਬੰਦਾ ਜਿਹੜੀਆਂ ਗੱਲਾਂ ਭੁੱਲ ਗਈਆਂ ਅਸੀਂ ਵੀਡੀਓ ਦੇ ਅੰਦਰ ਨਹੀਂ ਕਰ ਸਕਦੇ, ਫੋਨ ਤੇ ਤੁਸੀਂ ਸਾਡੇ ਨਾਲ ਰਾਬਤਾ ਕਰੋ। ਰਾਬਤਾ ਕਰਕੇ ਫੋਨ ਤੇ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ। ਇਨਸ਼ਾਅੱਲਾ ਤਾਲਾ ਤੁਹਾਨੂੰ ਸਾਰੀਆਂ ਗੱਲਾਂ ਅਸੀਂ ਬਾਅਦ 'ਚ ਵੀ ਦੱਸ ਦਿਆਂਗੇ।